ਦੋਸਤੋ ਸਵਾਗਤ ਹੈ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਅਗਲੀ ਵੀਡੀਓ 'ਚ। ਤੇ ਅੱਜ ਦਾ ਟੌਪਿਕ ਹੈ ਰਾਜਨੀਤਿਕ ਹਿੰਸਾ। ਦੋਸਤੋ ਅਗਰ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਲੋਕਤੰਤਰ ਦੇ ਵਿੱਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਔਰ ਲੋਕਤੰਤਰ ਪ੍ਰਣਾਲੀ ਜਿਹੜੀ ਹੈ ਇਹ ਬੇਸਿਕਲੀ ਸੰਵਿਧਾਨਕ ਸਾਧਨਾਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਦਲਾਅ ਜੋ ਵੀ ਲੈਣਾ ਚਾਹੁੰਦੀ ਹੈ ਉਹ ਸੰਵਿਧਾਨਕ ਤਰੀਕੇ ਨਾਲ ਲੈ ਕੇ ਆਉਣਾ ਚਾਹੁੰਦੀ ਹੈ ਔਰ ਸਹਿਮਤੀ ਦੇ ਆਧਾਰ ਤੇ। ਲੋਕਤੰਤਰ ਦੇ ਵਿੱਚ ਹਮੇਸ਼ਾ ਹੀ ਹਿੰਸਾ ਦਾ ਵਿਰੋਧ ਕੀਤਾ ਜਾਂਦਾ ਹੈ। ਪਰ ਜੇ ਗੱਲ ਕਰੀਏ ਆਪਾਂ ਭਾਰਤੀ ਰਾਜਨੀਤੀ ਦੀ ਤੇ ਭਾਰਤੀ ਰਾਜਨੀਤੀ ਵਿੱਚ ਹਿੰਸਾ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ। ਤੇ ਚਲੋ ਸ਼ੁਰੂਆਤ ਕਰਦੇ ਹਾਂ ਕਿ ਲੋਕਤੰਤਰ ਦੀ ਸਫਲਤਾ ਦਾ ਰਾਜ਼ ਹਿੰਸਾ ਅਤੇ ਅਹਿੰਸਾ ਅਤੇ ਸ਼ਾਂਤੀ ਹੈ। ਲੋਕਤੰਤਰ ਅਤੇ ਹਿੰਸਾ ਇੱਕ ਦੂਜੇ ਦੇ ਵਿਰੋਧੀ ਹਨ। ਲੋਕਤੰਤਰ ਸੰਵਿਧਾਨਕ ਸਾਧਨਾਂ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਲੋਕਤੰਤਰ ਆਮ ਸਹਿਮਤੀ ਦੁਆਰਾ ਪਰਿਵਰਤਨ ਦੇ ਪੱਖ ਵਿੱਚ ਹੈ। ਲੋਕਤੰਤਰ ਸਾਰੇ ਹਿੰਸਕ ਸਾਧਨਾਂ ਦਾ ਵਿਰੋਧ ਕਰਦਾ ਹੈ, ਪਰੰਤੂ ਭਾਰਤੀ ਰਾਜਨੀਤੀ ਵਿੱਚ ਹਿੰਸਾ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਜੋ ਸਾਡੇ ਲੋਕਤੰਤਰ ਲਈ ਬਹੁਤ ਹੀ ਖਤਰਨਾਕ ਹੈ। ਇਹ ਸੋਚਣ ਵਾਲੀ ਗੱਲ ਹੈ ਦੋਸਤੋ। ਤੇ ਆਏ ਦਿਨ ਆਪਾਂ ਨਿਊਜ਼ 'ਚ ਪੜ੍ਹਦੇ ਹਾਂ। ਮੈਂ ਇੱਕ ਨਿਊਜ਼ ਦਾ ਕਟਿੰਗ ਇੱਥੇ ਲਗਾਇਆ ਹੈ। ਇਸ ਨੂੰ ਜੇ ਤੁਸੀਂ ਦੇਖੋਗੇ ਲਿਖਿਆ ਹੈ ਕਿ 4 killed ਐਜ਼ ਪੋਲੀਟੀਕਲ ਵਾਇਲੈਂਸ ਇਰੈਪਟਸ ਇਨ ਵੈਸਟ ਬੰਗਾਲ ਸਟੇਟ। ਉਸ ਤੋਂ ਬਾਅਦ ਇੱਕ ਹੋਰ ਕਾਰਟੂਨ ਜਿਹਾ ਹੈ, ਇਹ ਵੀ ਰਿਪਰੈਜ਼ੈਂਟ ਕਰਦਾ ਕਿਸ ਤਰ੍ਹਾਂ ਮਸਲਸ ਪਾਵਰ ਦਾ ਇਸਤੇਮਾਲ ਇਲੈਕਸ਼ਨਸ ਵਗੈਰਾ 'ਚ ਹੁੰਦੇ ਹਨ। ਅੱਗੇ ਵਧਦੇ ਹਾਂ ਦੋਸਤੋ, ਦੇਖਦੇ ਹਾਂ ਕਿ ਰਾਜਨੀਤੀ ਵਿੱਚ ਕਿਹੜੇ ਕਿਹੜੇ ਹਿੰਸਕ ਸਾਧਨਾਂ ਦਾ ਪ੍ਰਯੋਗ ਹੁੰਦਾ ਹੈ। ਗੱਲ ਕਰਦੇ ਹਾਂ ਆਪਾਂ ਮਤਦਾਨ ਕੇਂਦਰ ਤੇ ਕਬਜ਼ਾ ਕਰਨਾ, ਯਾਨੀ ਕਿ ਦੇਖਣ ਨੂੰ ਆਇਆ, ਹੁਣ ਤਾਂ ਇਹ ਚਲਨ ਕਾਫੀ ਘਟ ਗਿਆ। ਪਹਿਲਾਂ ਮਤਦਾਨ ਕੇਂਦਰ ਤੇ ਹੀ ਬਾਹੂਬਲੀਆਂ ਦੁਆਰਾ ਕਬਜ਼ਾ ਕਰ ਲਿੱਤਾ ਜਾਂਦਾ ਸੀਗਾ ਤੇ ਆਪਣੇ ਹੱਕ ਦੇ ਵਿੱਚ ਵੋਟ ਪਵਾ ਜਾਂਦੇ ਸੀਗੇ। ਉਸ ਤੋਂ ਬਾਅਦ ਵਿਰੋਧੀ ਉਮੀਦਵਾਰ ਨੂੰ ਨੁਕਸਾਨ ਪਹੁੰਚਾਉਣਾ, ਜਾਤੀ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਗੱਲ ਹੁੰਦੀ ਸੀ। ਈਵਨ ਵਾਇਲੈਂਸ ਵੀ ਹੁੰਦਾ ਸੀ ਉਹਨਾਂ ਨਾਲ। ਇਸ ਦੇ ਨਾਲ ਨਾਲ ਵਿਰੋਧੀਆਂ ਦੇ ਸਮਰਥਕਾਂ ਨੂੰ ਨੁਕਸਾਨ ਪਹੁੰਚਾਉਣਾ, ਉਹ ਵੀ ਪਰਸਨਲੀ ਫਿਜ਼ੀਕਲ ਵਾਇਲੈਂਸ ਦੇ ਦੁਆਰਾ। ਉਸ ਤੋਂ ਬਾਅਦ ਆਪਣੇ ਪੱਖ ਵਿੱਚ ਜ਼ਬਰਦਸਤੀ ਵੋਟਾਂ ਪਵਾਉਣਾ, ਡਰਾ ਧਮਕਾ ਕੇ ਲੋਕਾਂ ਨੂੰ ਆਪਣੇ ਪੱਖ ਦੇ ਵਿੱਚ ਵੋਟਾਂ ਪਵਾਉਣੀਆਂ। ਉਸ ਤੋਂ ਬਾਅਦ ਵਿਰੋਧੀਆਂ ਦਾ ਅਪਹਰਣ ਕਰ ਲੈਣਾ, ਵਿਰੋਧੀ ਧਿਰ ਦੇ ਨੇਤਾ ਦੇ ਫੈਮਿਲੀ ਮੈਂਬਰਾਂ ਦਾ, ਤਾਂ ਕਿ ਉਹ ਆਪਣੇ ਲਈ ਪ੍ਰਚਾਰ ਨਾ ਕਰ ਸਕਣ ਤੇ ਨਾ ਹੀ ਇਲੈਕਸ਼ਨ ਲੜ ਸਕਣ। ਇੱਥੋਂ ਤੱਕ ਕਿ ਅਗਲਾ ਪੁਆਇੰਟ ਹੈ ਉਮੀਦਵਾਰਾਂ ਦਾ ਕਤਲ ਤੱਕ ਵੀ ਕੀਤਾ ਜਾਂਦਾ ਰਿਹਾ ਹੈ ਇਲੈਕਸ਼ਨਸ ਦੇ ਵਿੱਚ। ਦੇਖਣ ਨੂੰ ਆਇਆ ਤੇ ਹੁਣ ਵੀ ਇਲੈਕਸ਼ਨ 'ਚ ਕਈ ਜਗ੍ਹਾ ਝੜਪਾਂ ਹੁੰਦੀਆਂ, ਲੜਾਈ ਝਗੜੇ ਹੁੰਦੇ ਤੇ ਈਵਨ ਮਰਡਰ ਤੱਕ ਹੋ ਜਾਂਦਾ ਹੈ। ਦੇਖੋ ਇਹ ਪਿਕਚਰਸ ਸ਼ੋ ਕਰਦੇ ਆ ਕਿ ਕਿਸ ਤਰੀਕੇ ਨਾਲ ਐਵੋਲੂਸ਼ਨ ਆਫ ਬੂਥ ਕੈਪਚਰਿੰਗ, ਕਿਵੇਂ ਵੋਟਾਂ ਪਵਾਉਣ ਤੋਂ ਲੈ ਕੇ ਹੁਣ ਕੰਪਿਊਟਰਾਈਜ਼ਡ ਯੂਜ਼ ਤੱਕ ਇਹ ਦੋਨੇ ਪਿਕਚਰ ਸ਼ੋ ਕਰਦਾ ਕਿਸ ਤਰ੍ਹਾਂ ਬੂਥ ਕੈਪਚਰਿੰਗ ਦਾ ਟਾਈਮ ਬਦਲਿਆ ਹੈ ਤੇ ਕਿਸ ਤਰ੍ਹਾਂ ਹੁੰਦਾ ਸੀ ਹੁਣ ਤੇ ਹੁਣ ਕਿਸ ਤਰ੍ਹਾਂ ਹੈ। ਅੱਗੇ ਚੱਲਦੇ ਹਾਂ ਕਿ ਦੋਸਤੋ ਜੇ ਗੱਲ ਕਰੀਏ ਕਿ ਵੀ ਇਲੈਕਸ਼ਨ ਦੇ ਵਿੱਚ ਵਾਇਲੈਂਸ ਦੀ ਤੇ ਹਿੰਸਾ ਦੀ, ਤੇ 11ਵੀਂ ਲੋਕ ਸਭਾ ਵਿੱਚ 40 ਮੈਂਬਰ ਜਿਹੜੇ ਸੀਗੇ ਅਪਰਾਧਿਕ ਛਵੀ ਵਾਲੇ ਸੀਗੇ ਤੇ 2014 ਦੇ ਚੋਣਾਂ ਵਿੱਚ 24 ਮੈਂਬਰ ਅਪਰਾਧਿਕ ਛਵੀ ਵਾਲੇ ਸੀਗੇ ਤੇ 16 'ਚ 186 ਮੈਂਬਰ ਲੋਕ ਸਭਾ ਚੋਣਾਂ ਦੀ ਗੱਲ ਕਰ ਰਿਹਾ ਮੈਂ, ਤੇ 17ਵੀਂ ਲੋਕ ਸਭਾ 'ਚ 43% 43% ਮੈਂਬਰ ਅਪਰਾਧਿਕ ਛਵੀ ਵਾਲੇ ਸਨ। ਤੁਸੀਂ ਸਮਝ ਸਕਦੇ ਹੋ 43% ਮੈਂਬਰਸ ਆਲਮੋਸਟ 50% ਮੈਂਬਰ ਹੋ ਜਾਂਦਾ ਹੈ ਤੇ ਕਿੰਨਾ ਇੰਪੈਕਟ ਹੈ ਵਾਇਲੈਂਸ ਦਾ ਇਲੈਕਸ਼ਨ ਦੇ ਵਿੱਚ, ਔਰ ਕਿਸ ਤਰੀਕੇ ਨਾਲ ਇਹ ਸਾਡੀ ਪ੍ਰਣਾਲੀ ਨੂੰ ਜਿਹੜਾ ਹੈ ਪ੍ਰਭਾਵਿਤ ਕਰਦੀਆਂ। ਅਗਰ ਇਸ ਤੋਂ ਇਲਾਵਾ ਹਿੰਸਾ ਦੇ ਵੱਖ-ਵੱਖ ਨਮੂਨੇ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਇਹ ਵੀਡੀਓ ਤੋਂ ਆਪਾਂ ਗੱਲ ਕਰ ਲਈਏ। ਇਹ ਮਤਲਬ ਇਹ ਪਿਕਚਰ ਤੇ ਦੇਖੋ, ਕਲੋਜ਼ ਟੂ 43% ਵਿਨਰਸ ਆਫ ਦ 2019 ਲੋਕ ਸਭਾ polls have criminal cases against them according to the associations for democratic reforms। ਦੇਖੋ ਨੀਲਾ ਜਿਹੜਾ ਕਲਰ ਹੈ ਬਾਰ, ਜਿਹੜਾ ਨੀਲਾ ਬਾਰ ਇਹ ਸ਼ੋ ਕਰਦਾ 2009 ਦੇ ਇਲੈਕਸ਼ਨ ਨੂੰ 30% ਸੀਗੇ। ਉਸ ਤੋਂ ਬਾਅਦ 2014 ਨੂੰ ਰੈੱਡ ਤੇ ਯੈਲੋ 2019 ਦੇ ਇਲੈਕਸ਼ਨ ਨੂੰ ਰਿਪਰੈਜ਼ੈਂਟ ਕਰਦਾ 43% ਜਿਹੜੇ ਕ੍ਰਿਮੀਨਲ ਬੈਕਗਰਾਊਂਡ ਵਾਲੇ ਸੀਗੇ। ਉਸ ਦੇ ਵਿੱਚ ਵੀ ਦੇਖੋ ਕਿ ਇਹ ਜਿਹੜੇ ਛੋਟੇ ਇਹ ਬਾਰਸ ਹੈਗੇ ਇਹ ਰਿਪਰੈਜ਼ੈਂਟ ਕਰਦੇ ਸੀਰੀਅਸ ਕ੍ਰਿਮੀਨਲ ਕੇਸਿਸ, ਪਰਸੈਂਟੇਜ ਵਿਦ ਦ ਕ੍ਰਿਮੀਨਲ ਕੇਸਿਸ, ਐਂਡ ਇਹ ਰਿਪਰੈਜ਼ੈਂਟ ਕਰਦੇ ਨੇ ਪਰਸੈਂਟ ਵਿਦ ਸੀਰੀਅਸ ਕ੍ਰਿਮੀਨਲ ਕੇਸਿਸ। ਸੀਰੀਅਲ ਕ੍ਰਿਮੀਨਲ ਕੇਸਿਸ ਤੁਸੀਂ ਸਮਝ ਸਕਦੇ ਹੋ ਜਿਸ ਦੇ ਵਿੱਚ ਕਿ ਮਰਡਰ, ਰੇਪ ਤੇ ਅਪਹਰਣ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਾਮਿਲ ਹੁੰਦੀਆਂ ਹਨ। ਇਹ ਸਟੇਟ ਵਾਈਜ਼ ਪਰਸੈਂਟੇਜ ਹੈ ਸ਼ੇਅਰ ਆਫ MPs ਫੇਸਿੰਗ ਕ੍ਰਿਮੀਨਲ ਚਾਰਜਿਸ। ਹਰ ਇੱਕ ਸਟੇਟ ਵਿੱਚੋਂ ਦੇਖੋ ਹੁਣ ਸਿਰਫ UP ਉੱਤਰ ਪ੍ਰਦੇਸ਼ 'ਚ 19% ਜਿਹੜੇ MPs ਹੈਗੇ ਇਹ
ਕ੍ਰਿਮੀਨਲ ਚਾਰजेस ਵਾਲੇ ਹੈਗੇ। ਮਹਾਰਾਸ਼ਟਰ 'ਚ ਤਕਰੀਬਨ 16% ਹੈ, ਬਿਹਾਰ ਦੇ ਵਿੱਚ 11%, ਅਦਰਸ 54%। ਤੇ ਹੁਣ ਅੱਗੇ ਗੱਲ ਕਰਦੇ ਹਾਂ ਕਿ ਵੀ ਸਾਡੇ ਲੋਕਤੰਤਰ ਦੇ ਵਿੱਚ ਜਿਹੜੇ ਹਿੰਸਾ ਦੇ ਵੱਖ-ਵੱਖ ਨਮੂਨੇ ਆ ਉਹ ਕਿਸ ਤਰ੍ਹਾਂ ਦੇ ਹਨ। ਨੰਬਰ 1 ਤੇ ਹੈ ਜਾਤੀ ਝਗੜੇ। ਜਾਤੀ ਝਗੜੇ ਤੁਹਾਨੂੰ ਜਿਵੇਂ ਮੈਂ ਦੱਸਿਆ ਸੀ ਲਾਸਟ ਵੀਡੀਓ ਦੇ ਵਿੱਚ ਕਿ ਵੀ ਹਿੰਦੀ ਸਪੀਕਿੰਗ ਸਟੇਟਸ ਦੇ ਵਿੱਚ ਜਾਤੀ ਝਗੜੇ ਜ਼ਿਆਦਾ ਹੋ ਰਹੇ ਨੇ। ਇਸ ਤੋਂ ਇਲਾਵਾ ਤਮਿਲਨਾਡੂ ਵਗੈਰਾ ਏਰੀਆਜ਼ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ ਜਾਤੀ ਝਗੜੇ। ਹਿੰਦੀ ਸਪੀਕਿੰਗ ਸਟੇਟਸ ਦੀ ਗੱਲ ਕਰਦੇ ਹਾਂ ਤੇ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਝਾਰਖੰਡ, ਛੱਤੀਸਗੜ੍ਹ ਇਹ ਹਿੰਦੀ ਸਪੀਕਿੰਗ ਬੈਲਟ ਹੈ ਜਿੱਥੇ ਇਸ ਤਰ੍ਹਾਂ ਦੇ ਝਗੜੇ ਜ਼ਿਆਦਾਤਰ ਪਾਏ ਜਾਂਦੇ। ਉਸ ਦੇ ਬਾਅਦ ਆ ਜਾਂਦੇ ਆਪਾਂ ਨੈਕਸਟ ਪੁਆਇੰਟ ਤੇ ਸੰਪਰਦਾਇਕ ਦੰਗੇ। ਸੰਪਰਦਾਇਕ ਦੰਗੇ ਮਤਲਬ ਧਰਮ ਦੇ ਆਧਾਰ ਤੇ ਇਹ ਦੰਗੇ ਹੁੰਦੇ ਨੇ। ਔਰ ਇਹ ਨਹੀਂ ਕਿ ਵੀ ਇਹ ਦੰਗੇ ਹੁਣੇ ਹੀ ਹੋਣ ਲੱਗੇ, ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਵੀ ਅੰਗਰੇਜ਼ਾਂ ਦੇ ਟਾਈਮ ਤੇ ਵੀ ਇਹ ਦੰਗੇ ਹੁੰਦੇ ਸੀਗੇ। ਅੰਗਰੇਜ਼ਾਂ ਦੀ ਜਿਹੜੀ ਪਾਲਿਸੀ ਸੀਗੀ ਡਿਵਾਈਡ ਐਂਡ ਰੂਲ ਦੀ, ਵੰਡ ਅਤੇ ਵੰਡੋ ਤੇ ਰਾਜ ਕਰੋ ਦੀ, ਉਸ ਤੋਂ ਬਾਅਦ ਇਹ ਝਗੜੇ 'ਚ ਵਾਧਾ ਹੋਇਆ ਸੀ। ਪਰ ਆਜ਼ਾਦੀ ਤੋਂ ਬਾਅਦ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਹੀ ਵਾਧਾ ਹੋ ਗਿਆ ਹੈ ਔਰ ਇਹ ਨਿਰੰਤਰ ਵੱਧਦਾ ਹੀ ਜਾ ਰਿਹਾ ਹੈ। ਖਾਸ ਕਰਕੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਹਿੰਦੀ ਸਪੀਕਿੰਗ ਸਟੇਟਸ ਔਰ ਉਸ ਤੋਂ ਇਲਾਵਾ ਜਿਹੜੇ ਸਟੇਟਸ ਜਿਵੇਂ ਕਿ ਜੰਮੂ ਕਸ਼ਮੀਰ ਹੋ ਗਿਆ, ਇਹ ਬਾਰਡਰ ਏਰੀਆ 'ਚ ਪੈਂਦਾ ਹੈ ਆਪਣਾ, ਤੇ ਉੱਧਰ ਆਸਾਮ, ਮਹਾਰਾਸ਼ਟਰ, ਗੁਜਰਾਤ, ਪੰਜਾਬ 'ਚ ਵੀ ਇਸ ਤਰ੍ਹਾਂ ਦੇ ਝਗੜੇ, ਇਸ ਤਰ੍ਹਾਂ ਦੇ ਦੰਗੇ ਦੇਖਣ ਨੂੰ ਮਿਲੇ, ਉੜੀਸਾ ਵਗੈਰਾ ਦੇ ਵਿੱਚ ਵੀ। ਅੱਗੇ ਆਉਂਦੇ ਹਾਂ ਆਤੰਕਵਾਦੀ ਹਿੰਸਾ। ਅਗਰ ਆਤੰਕਵਾਦੀ ਹਿੰਸਾ ਦੀ ਗੱਲ ਕਰਦੇ ਹਾਂ ਤੇ ਸਾਡੇ ਦੇਸ਼ ਦੇ ਵਿੱਚ ਤਕਰੀਬਨ 670 ਜ਼ਿਲ੍ਹੇ ਹਨ। ਇਹਨਾਂ ਵਿੱਚੋਂ ਤਕਰੀਬਨ 270 ਤੋਂ 300 ਜ਼ਿਲ੍ਹੇ ਜਿਹੜੇ ਹੈ ਆਤੰਕਵਾਦੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੈਗੇ। ਤੇ ਤਕਰੀਬਨ 1 ਲੱਖ ਜਿਹੜੇ ਨਾਗਰਿਕ ਇਸ ਆਤੰਕਵਾਦੀ ਹਿੰਸਾ 'ਚ ਜਿਹਨਾਂ ਦੀ ਡੈਥ ਹੋ ਗਈ ਹੈ। ਤਕਰੀਬਨ 12,000 ਜਿਹੜੇ ਆ ਸਾਡੇ ਸੁਰੱਖਿਆ ਕਰਮੀ ਸ਼ਹੀਦ ਹੋ ਚੁੱਕੇ ਨੇ ਇਸ ਆਤੰਕਵਾਦੀ ਹਮਲਿਆਂ 'ਚ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਰਾਜਨੀਤਿਕ ਹਿੰਸਾ ਦੇ ਵਿੱਚ। ਹੋਰ ਜਿਹੜਾ ਹੁੰਦਾ ਉਹ ਰਾਜਾਂ ਦੇ ਮੰਗ ਨੂੰ ਲੈ ਕੇ ਹਿੰਸਾ, ਕਿ ਵੀ ਸਾਨੂੰ ਅਲੱਗ ਰਾਜ ਦਿੱਤਾ ਜਾਵੇ ਜਾਂ ਫਿਰ ਰਾਜ ਦਾ ਪੁਨਰਗਠਨ ਕੀਤਾ ਜਾਵੇ ਜਾਂ ਫਿਰ ਕਿਸੇ ਮਤਲਬ ਏਰੀਆ ਨੂੰ ਸਪੈਸ਼ਲ ਮੰਨ ਕੇ ਉਸ ਦੇ ਬੈਨੀਫਿਟ ਲਈ ਕੰਮ ਕੀਤਾ ਜਾਏ। ਤੇ ਇਸ ਤਰ੍ਹਾਂ ਦੇ ਝਗੜੇ ਔਰ ਹਿੰਸੇ ਵੀ ਬੜੇ ਦੇਖਣ ਨੂੰ ਮਿਲਦੇ। ਉਸ ਤੋਂ ਬਾਅਦ ਹੈ ਦਬਾਅ ਸਮੂਹ ਦੁਆਰਾ ਹਿੰਸਾ। ਹੁਣ ਸਾਡੇ ਦੇਸ਼ 'ਚ ਬੜੇ ਸਾਰੇ ਦਬਾਅ ਸਮੂਹ ਹੈਗੇ, ਹਰ ਇੱਕ ਵਰਗ ਦੇ, ਜਾਤੀ ਦੇ ਵੀ ਦਬਾਅ ਸਮੂਹ ਬਣੇ ਹੋਏ ਹੈ ਔਰ ਆਰਗੇਨਾਈਜੇਸ਼ਨ ਦੇ ਵੀ ਦਬਾਅ ਸਮੂਹ ਹੈਗੇ। ਇਹ ਸਾਰੇ ਦਬਾਅ ਸਮੂਹ ਜਿਹੜਾ ਹੈ ਇਹ ਆਪਣੇ ਹਿੱਤਾਂ ਦੀ ਰਾਖੀ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਆ। ਸੰਵਿਧਾਨਕ ਤਰੀਕੇ ਤਾਂ ਅਪਣਾਉਂਦੇ ਪਰ ਗੈਰ ਸੰਵਿਧਾਨਕ ਤਰੀਕੇ ਨੂੰ ਵੀ ਅਪਣਾਉਂਦੇ ਹਨ। ਤੇ ਗੈਰ ਸੰਵਿਧਾਨ ਤਰੀਕਾ ਜਿਹੜਾ ਕਈ ਵਾਰੀ ਹਿੰਸਕ ਰੂਪ ਵੀ ਧਾਰਨ ਕਰ ਲੈਂਦਾ ਹੈ। ਹੜਤਾਲਾਂ, ਤੋੜ ਫੋੜ, ਘਿਰਾਓ, ਪ੍ਰਦਰਸ਼ਨ, ਇਹ ਸਾਰੀ ਚੀਜ਼ਾਂ ਉਹਦੇ 'ਚ ਸ਼ਾਮਿਲ ਹੁੰਦਾ ਹੈ। ਇਹ ਪ੍ਰਾਪਰਟੀ ਦਾ ਨੁਕਸਾਨ ਹੁੰਦਾ, ਸਰਕਾਰੀ ਪ੍ਰਾਪਰਟੀ ਤੇ ਪ੍ਰਾਈਵੇਟ ਪ੍ਰਾਪਰਟੀਆਂ ਵਗੈਰਾ ਦਾ ਵੀ ਨੁਕਸਾਨ ਹੁੰਦਾ ਇਹਦੇ 'ਚ। ਇਹ ਸਾਰੇ ਇਸ ਦੇ ਵਿੱਚ ਆ ਜਾਂਦੇ ਹਿੰਸਾ ਦੇ ਰੂਪ ਵਿੱਚ। ਅੱਗੇ ਹੈ ਇਸਤਰੀਆਂ ਦੇ ਖਿਲਾਫ ਹਿੰਸਾ। ਸਾਡੇ ਦੇਸ਼ 'ਚ ਕਾਫੀ ਹੈ, ਰਾਜਨੀਤਿਕ ਰੂਪ 'ਚ ਵੀ, ਅਦਰਵਾਈਜ਼ ਵੀ ਜੋ ਇਸਤਰੀ ਦੇ ਖਿਲਾਫ ਹਿੰਸਾ ਹੈ ਇਸ ਦੇ ਵਿੱਚ ਵੀ ਵਾਧਾ ਹੋਇਆ ਹੈ। ਸਰਕਾਰ ਇਸ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਉਸ ਤੋਂ ਬਾਅਦ ਖੱਬੇ ਪੱਖੀਆਂ ਦੁਆਰਾ ਹਿੰਸਾ। ਖੱਬੇ ਪੱਖੀ ਨੋਰਮਲੀ ਅਸੀਂ ਜਿਹੜੇ ਇੱਥੇ ਖਾਸ ਕਰਕੇ ਮੈਂ ਮਾਓਵਾਦੀਆਂ ਦਾ ਜ਼ਿਕਰ ਕਰਾਂਗਾ। ਮਾਓਵਾਦੀ ਜਿਹੜੇ ਕਿ ਚਾਈਨਾ ਦਾ ਲੀਡਰ ਮਾਓ ਜ਼ੇ ਤੁੰਗ ਸੀ ਉਸ ਨੂੰ ਫੋਲੋ ਕਰਦੇ ਹਨ ਤੇ ਉਸ ਦੇ ਅਕੋਰਡਿੰਗ ਹੀ ਇਹ ਸਮਾਜਵਾਦ ਲੈ ਕੇ ਆਉਣਾ ਚਾਹੁੰਦੇ ਦੇਸ਼ ਦੇ ਵਿੱਚ ਹਥਿਆਰਬੰਦ ਕ੍ਰਾਂਤੀ ਦੁਆਰਾ। ਤੇ ਇਸ ਤਰ੍ਹਾਂ ਦੇ ਦੰਗੇ ਭਾਰਤ ਦੇ ਕਈ ਰਾਜਾਂ 'ਚ ਫੈਲੇ ਹੋਏ ਨੇ, ਹੁੰਦੇ ਨੇ। 13 ਰਾਜ ਤੱਕ ਲਗਭਗ ਇਹ ਪ੍ਰਭਾਵਿਤ ਹਨ ਤੇ ਤਕਰੀਬਨ ਇਹਨਾਂ 13 ਰਾਜਾਂ ਵਿੱਚੋਂ ਕੋਈ 300 ਜ਼ਿਲ੍ਹੇ ਵੀ ਇਸ ਤੋਂ ਪ੍ਰਭਾਵਿਤ ਹਨ। ਸੱਜੇ ਪੱਖੀਆਂ ਦੁਆਰਾ ਹਿੰਸਾ। ਸੱਜੇ ਪੱਖੀਆਂ ਦੁਆਰਾ ਹਿੰਸਾ ਇਹ ਧਾਰਮਿਕ ਪੱਖ ਤੋਂ ਜ਼ਿਆਦਾਤਰ ਹੁੰਦਾ ਹੈ, ਜਿਹੜਾ ਆਪਣੇ ਹੱਕਾਂ ਲਈ ਕੁਝ ਤਰ੍ਹਾਂ ਦੇ ਤੱਤ ਜਿਹੜੇ ਹੈ ਧਾਰਮਿਕ ਤੱਤ ਉਹ ਹਿੰਸਾ ਕਰਦੇ ਨੇ, ਉਹ ਇਸ ਦੇ ਵਿੱਚ ਆ ਜਾਏਗਾ। ਉਸ ਤੋਂ ਬਾਅਦ ਵਿਅਕਤੀਗਤ ਝਗੜੇ ਵੀ ਇਸ ਦੇ ਵਿੱਚ ਸ਼ਾਮਿਲ ਹੈਗੇ, ਜਿਹੜੇ ਕਿ ਖਾਸ ਪਰਪਸ ਲਈ ਕੀਤੇ ਜਾਂਦੇ ਆ। ਸਾਮੂਹਿਕ ਝਗੜੇ ਵੀ ਜਿਹੜੇ ਕਿ ਲੁੱਟ ਖਸੁੱਟ ਸਾਮੂਹਿਕ ਰੂਪ 'ਚ ਜਾਂ ਸਾਮੂਹਿਕ ਰੂਪ 'ਚ ਦਬਾਅ ਪਾਉਣ ਲਈ ਕੀਤੇ ਜਾਂਦੇ, ਇਹ ਸਾਰੇ ਹਿੰਸਾ ਇਸ ਦੇ ਵਿੱਚ ਸ਼ਾਮਿਲ ਹੈਗੇ, ਜਿਹੜਾ ਪੋਲੀਟੀਕਲ ਵਾਇਲੈਂਸ 'ਚ ਆ ਜਾਏਗਾ, ਅਦਰਵਾਈਜ਼ ਵੀ ਵਾਇਲੈਂਸ 'ਚ ਆਉਂਦਾ ਹੈ। ਉਸ ਤੋਂ ਬਾਅਦ ਹੁਣ ਇਹਨਾਂ ਹਿੰਸਾਵਾਂ ਦਾ ਭਾਰਤੀ ਲੋਕਤੰਤਰ 'ਤੇ ਕੀ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾਂ ਹਿੰਸਾ ਜਿਹੜੀ ਹੈ ਦੇਸ਼ ਦੇ ਵਾਤਾਵਰਨ ਨੂੰ ਅਸ਼ਾਂਤਮਈ ਕਰਦੀ ਹੈ। ਦੇਸ਼ ਜਿੱਥੇ ਹਿੰਸਾ ਹੋਏਗਾ ਉੱਥੇ ਅਸ਼ਾਂਤੀ ਹੋਏਗੀ, ਅਸ਼ਾਂਤੀ ਹੋਏਗੀ ਤੇ ਕੰਮ ਪ੍ਰੋਪਰ ਨਹੀਂ ਹੋਏਗਾ, ਵਿਕਾਸ ਨਹੀਂ ਹੋਏਗਾ। ਡਿਵੈਲਪਮੈਂਟ ਦੇ ਰੂਪ ਦੇ ਵਿੱਚ ਇਹ ਡਿਵੈਲਪਮੈਂਟ ਨੂੰ ਬਾਧਾ ਕਰਦੀ ਹੈ, ਵਿਕਾਸ ਨੂੰ ਰੋਕਦੀ ਹੈ। ਹਿੰਸਾ ਵਿਕਾਸ ਕਾਰਜ ਨੂੰ ਵੀ ਬਾਧਿਤ ਕਰਦੀ ਹੈ। ਜਿਵੇਂ ਕਿ ਮੈਂ ਦੱਸਿਆ ਕਿ ਵੀ ਜੇ ਹਿੰਸਾ ਹੋਏਗਾ ਤੇ ਅਸ਼ਾਂਤੀ ਰਹੇਗਾ ਮਾਹੌਲ, ਅਸ਼ਾਂਤ ਮਾਹੌਲ 'ਚ ਕੰਮ ਪ੍ਰੋਪਰ ਵੇਜ ਦੇ ਵਿੱਚ ਨਹੀਂ ਹੁੰਦਾ। ਉਸ ਤੋਂ ਬਾਅਦ ਜੇ ਹਿੰਸਾ ਹੁੰਦਾ ਹੈ ਤੇ ਇੱਕ ਹਿੰਸਾ ਦੂਸਰੇ ਹਿੰਸਾ ਨੂੰ ਲੀਡ ਕਰਦਾ, ਜਿਸ ਦੇ ਕਾਰਨ ਕੀ ਹੁੰਦਾ ਹੈ ਕਿ ਸੰਵਿਧਾਨਕ ਜਿਹੜੇ ਮੂਲ ਹੈਗੇ, ਸੰਵਿਧਾਨਕ ਕਦਰਾਂ ਕੀਮਤਾਂ ਜਿਹੜੀਆਂ ਹੈਗੇ, ਸੰਵਿਧਾਨਕ ਤਰੀਕੇ ਜਿਹੜੇ ਹੈਗੇ ਉਸ ਦੇ ਵਿੱਚ ਗਿਰਾਵਟ ਆਉਂਦੀ ਹੈ, ਜਿਹੜਾ ਕਿ ਲੋਕਤੰਤਰ ਦਾ ਮੂਲ ਹੈ ਕਿ ਲੋਕਤੰਤਰ ਜਿਹੜਾ ਸੰਵਿਧਾਨਕ ਤਰੀਕੇ ਵਿੱਚ ਵਿਸ਼ਵਾਸ ਰੱਖਦਾ ਹੈ, ਸਹਿਮਤੀ ਦੇ ਆਧਾਰ 'ਤੇ ਕਿਸੇ ਪਰਿਵਰਤਨ ਦੀ ਗੱਲ ਕਰਦਾ ਹੈ ਤੇ ਇਹ ਹਿੰਸਾ ਜਿਹੜਾ ਇਸ ਦੇ ਮੂਲ ਨੂੰ ਹੀ ਖਤਮ ਕਰਦਾ ਹੈ। ਹਿੰਸਾ ਲੋਕਤੰਤਰ ਨੂੰ ਖੋਖਲਾ ਕਰਦੀ ਹੈ, ਅੰਦਰੋਂ ਲੋਕਤੰਤਰ ਪ੍ਰਣਾਲੀ
ਜਿਹੜੀ ਹੈ ਇਹ ਖਤਮ ਹੁੰਦੀ ਜਾਂਦੀ ਹਿੰਸਾ ਕਰਕੇ। ਹਿੰਸਾ ਲੋਕਾਂ ਦਾ ਸੰਵਿਧਾਨਕ ਵਿਧੀਆਂ ਵਿੱਚੋਂ ਵਿਸ਼ਵਾਸ ਖਤਮ ਕਰਦੀ ਹੈ। ਜੇ ਹਿੰਸਾ ਰੈਗੂਲਰ ਪੱਧਰ 'ਤੇ ਹੁੰਦੀ ਰਹੇ ਔਰ ਸੰਵਿਧਾਨ ਨੂੰ ਕੋਈ ਨਾ ਮੰਨੇ, ਸਿਰਫ ਹਿੰਸਕ ਸਾਧਨਾਂ ਦਾ ਇਸਤੇਮਾਲ ਕਰੇ ਹਰ ਇੱਕ ਪਰਪਜ਼ ਲਈ, ਤੇ ਫਿਰ ਲੋਕਾਂ ਦਾ ਵਿਸ਼ਵਾਸ ਵੀ ਸੰਵਿਧਾਨਕ ਵਿਧੀਆਂ 'ਚ ਤਰੀਕਿਆਂ ਦੇ ਵਿੱਚ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਇਹ ਇੰਪੈਕਟ ਜਿਹੜਾ ਹੈ ਰਿਪਰੈਜ਼ੈਂਟ ਕੀਤਾ ਹੈ ਇੱਕ ਪਿਕਚਰ ਰਾਹੀਂ ਕਿ ਜਿਹੜਾ ਪ੍ਰਭਾਵ ਕੀ ਹੈ ਇੰਪੈਕਟ ਆਫ ਕ੍ਰਿਮੀਨਲਾਈਜੇਸ਼ਨ ਆਫ ਪੋਲੀਟਿਕਸ, ਕਿਉਂਕਿ ਵਾਇਲੈਂਸ ਔਰ ਜਿਹੜਾ ਪੋਲੀਟਿਕਸ ਹੈ ਔਰ ਕ੍ਰਿਮੀਨਲ ਹੈ ਇਸ ਦਾ ਚੋਲੀ ਦਾਮਨ ਦਾ ਸਾਥ ਹੈ। ਇਸ ਦੇ ਕਰਕੇ ਇੰਪੈਕਟ ਕੀ ਪੈਂਦਾ ਹੈ ਅਗਰ ਕ੍ਰਿਮੀਨਲਾਈਜੇਸ਼ਨ ਆਫ ਪੋਲੀਟਿਕਸ ਹੁੰਦਾ ਹੈ ਤਾਂ ਸਟਰੋਂਗ ਵੈਕਿਊਮ ਇਨ ਸਟਰੋਂਗ ਲੀਡਰਸ਼ਿਪ, ਯਾਨੀ ਕਿ ਵਧੀਆ ਲੀਡਰਸ਼ਿਪ ਨਹੀਂ ਪੈਦਾ ਹੁੰਦੀ ਹੈ। ਠੀਕ ਹੈ, ਸਟਰੈਂਥਨਿੰਗ ਦਾ ਨੈਕਸਸ ਬਿਟਵੀਨ ਕ੍ਰਿਮੀਨਲ ਐਂਡ ਪੋਲੀਟਿਕਸ ਇਹਦੇ ਕਰਕੇ ਹੁੰਦਾ ਹੈ। ਉਸ ਤੋਂ ਬਾਅਦ ਡਿਵੈਲਪਿੰਗ ਡਿਫਰੈਂਟ ਪੈਰਾਮੀਟਰਸ ਫॉर ਕ੍ਰਿਮੀਨਲਸ ਫॉर ਪੋਲੀਟੀਕਲ ਪਾਰਟੀਜ਼ ਇਹ ਹੁੰਦਾ ਹੈ। ਉਸ ਤੋਂ ਬਾਅਦ ਇਹ ਪ੍ਰੋਟੈਕਟ ਕਰਦਾ ਹੈ ਅਪਰਚੁਨਿਟੀਜ਼ਮ ਨੂੰ, ਇਹ ਪ੍ਰੋਟੈਕਟ ਕਰਦਾ ਹੈ, ਵਧਾਉਂਦਾ ਹੈ ਪੋਲੀਟਿਕਸ ਆਫ ਅਪਰਚੁਨਿਜ਼ਮ ਨੂੰ। ਇਸ ਤੋਂ ਇਲਾਵਾ ਇਹ ਪੈਸੇ ਦੇ ਕੇ ਵੋਟ ਖਰੀਦਣ ਦੀ ਪ੍ਰਥਾ ਨੂੰ ਵੀ ਅੱਗੇ ਵਧਾਉਂਦਾ ਹੈ। ਤੇ ਅੱਗੇ ਚੱਲਦੇ ਆਪਾਂ ਇਸ ਦੇ ਵਿੱਚ, ਤੇ ਇਹ ਇੰਪੈਕਟ ਹੈਗੇ ਕੁਝ। ਉਸ ਤੋਂ ਬਾਅਦ ਹੈ ਸਿੱਟਾ, ਜਿਹੜਾ ਪੋਲੀਟੀਕਲ ਵਾਇਲੈਂਸ ਦਾ ਸਿੱਟਾ ਕੀ ਹੈ। ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਹਿੰਸਾ ਕਿਸੇ ਸਮੱਸਿਆ ਦਾ ਸਾਧਨ ਨਹੀਂ, ਖਾਸ ਕਰਕੇ ਲੋਕਤਾਂਤਰਿਕ ਪ੍ਰਣਾਲੀ ਦੇ ਵਿੱਚ ਤੇ ਹਿੰਸਾ ਦਾ ਇਸਤੇਮਾਲ ਹੋਣਾ ਨਹੀਂ ਚਾਹੀਦਾ, ਕਿਉਂਕਿ ਹਿੰਸਾ ਜਿਹੜਾ ਹੈ ਲੋਕਤੰਤਰ ਨੂੰ ਖੋਖਲਾ ਕਰਦਾ ਅੰਦਰੋਂ ਅਤੇ ਜਦੋਂ ਹਿੰਸਾ ਹੋਏਗਾ ਤੇ ਲੋਕਤੰਤਰ ਪ੍ਰਣਾਲੀ ਦਾ ਵਿਕਾਸ ਵੀ ਨਹੀਂ ਹੋਏਗਾ ਔਰ ਲੋਕਤੰਤਰਿਕ ਪ੍ਰਣਾਲੀ ਦਾ ਵਿਕਾਸ ਨਹੀਂ ਹੋਇਆ ਤੇ ਇਸ ਦੇ ਨਾਲ ਲੋਕਾਂ ਦਾ ਵਿਕਾਸ ਵੀ ਨਹੀਂ ਹੋਏਗਾ, ਜਿਹੜੀ ਲੋਕਾਂ ਦੀ ਪਾਰਟਿਸਿਪੇਸ਼ਨ ਵੀ ਘੱਟ ਹੋ ਜਾਏਗੀ ਔਰ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਲੋਕਤੰਤਰਿਕ ਪ੍ਰਣਾਲੀ ਤੋਂ ਉੱਠਣਾ ਸ਼ੁਰੂ ਹੋ ਜਾਏਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਜੇ ਚਾਹੁੰਦੇ ਕਿ ਸਾਡਾ ਦੇਸ਼ ਜਿਹੜਾ ਹੈ ਤਰੱਕੀ ਕਰੇ, ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਹੈਗੇ, ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਤੇ ਸਾਨੂੰ ਮਾਣ ਹੈ ਇਸ ਗੱਲ ਦਾ। ਪਰ ਜੇ ਹਿੰਸਕ ਸਾਧਨਾਂ ਦਾ ਇਸਤੇਮਾਲ ਇਸ ਤਰੀਕੇ ਨਾਲ ਹੁੰਦਾ ਰਹੇਗਾ ਤੇ ਸਾਡਾ ਲੋਕਤੰਤਰ ਪੰਗੂ ਬਣ ਕੇ ਰਹਿ ਜਾਏਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਿੰਸਕ ਸਾਧਨਾਂ ਦੇ ਖਿਲਾਫ ਆਵਾਜ਼ ਉਠਾਈਏ ਔਰ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰੀਏ। ਇਹ ਦੇਖੋ ਕਿ ਜ਼ਰੂਰੀ ਕੀ ਹੈ ਕਿ ਵੀ ਅਸੀਂ ਕ੍ਰਿਮੀਨਲਸ ਨੂੰ ਆਊਟ ਆਫ ਪੋਲੀਟਿਕਸ ਰੱਖੀਏ, ਉਹ ਜਿਹੜੇ ਕਿ ਸਿਰਫ ਪੈਸੇ ਵੰਡ ਕੇ ਲੋਕਾਂ ਦੇ ਵਿੱਚ ਆਪਣਾ ਇੱਕ ਰੋਬ ਕਾਇਮ ਕਰਕੇ ਵੋਟ ਲੈਣਾ ਚਾਹੁੰਦਾ ਹੈ, ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਨੂੰ ਆਪਾਂ ਲਾਗੇ ਨਾ ਲੱਗਣ ਦਈਏ। ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਨੋ ਯੋਰ ਲੀਡਰ ਦਾ ਮਤਲਬ ਹੈ ਕਿ ਵੀ ਜਿਸ ਨੂੰ ਆਪਾਂ ਚੁਣਨ ਜਾ ਰਹੇ ਹਾਂ, ਜਿਸ ਨੂੰ ਆਪਾਂ ਵੋਟ ਪਾਉਣ ਜਾ ਰਹੇ ਹਾਂ, ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਉਹਦੇ ਬਾਰੇ ਆਪਾਂ ਅਖਬਾਰ 'ਚ ਪੜ੍ਹੀਏ, ਉਹਦੇ ਬਾਰੇ ਇਨਫੋਰਮੇਸ਼ਨ ਕਲੈਕਟ ਕਰੀਏ ਔਰ ਉਹਦੇ ਬੈਕਗਰਾਊਂਡ ਬਾਰੇ ਜਾਣੀਏ ਕਿ ਉਹ ਲੋਕਾਂ ਲਈ ਕੰਮ ਕਰੇਗਾ, ਕਿ ਉਹ ਲੋਕਤੰਤਰ ਦੇ ਭਲੇ ਲਈ ਕੰਮ ਕਰੇਗਾ ਜਾਂ ਫਿਰ ਆਪਣੇ ਭਲੇ ਲਈ। ਇਹ ਸਾਰੀ ਚੀਜ਼ਾਂ ਦਾ ਜਾਣਨਾ ਜ਼ਰੂਰੀ ਹੈ, ਤਾਂ ਹੀ ਅਸੀਂ ਅੱਛਾ ਲੀਡਰਸ਼ਿਪ ਚੁਣ ਸਕਾਂਗੇ, ਤਾਂ ਹੀ ਅਸੀਂ ਆਪਣੀ ਰਾਜਨੀਤੀ ਨੂੰ ਜਿਹੜਾ ਹੈ ਹਿੰਸਾ ਤੋਂ ਮੁਕਤ ਕਰਵਾ ਪਾਵਾਂਗੇ। ਤੇ ਥੈਂਕ ਯੂ। ਫਿਰ ਉਹੀ ਗੱਲ ਮੈਂ ਕਹਾਂਗਾ ਐਟ ਦਾ ਐਂਡ ਕਿ ਤੁਸੀਂ ਇਸ ਵੀਡੀਓ ਨੂੰ ਦੇਖੋ, ਸ਼ੇਅਰ ਕਰੋ, ਲਿਖ ਕੇ ਦੇਖੋ, ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਲਿਖਦੇ ਹੋ ਉਸ ਚੀਜ਼ ਨੂੰ ਲੰਗਰ ਸਮੇਂ ਤੱਕ ਯਾਦ ਰੱਖਦੇ ਹੋ। ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ, ਚੈਨਲ ਨੂੰ ਸ਼ੇਅਰ ਕਰੋ। ਸਬਸਕ੍ਰਾਈਬ ਕਰਨ ਦਾ ਫਾਇਦਾ ਇਹ ਹੋਏਗਾ ਕਿ ਤੁਸੀਂ ਉਹ ਬੈਲ ਆਈਕਨ ਨੂੰ ਦਬਾਓਗੇ ਤੇ ਜੋ ਵੀ ਵੀਡੀਓ ਮੈਂ ਅਪਲੋਡ ਕਰਾਂਗਾ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਔਰ ਉਸ ਨੂੰ ਤੁਸੀਂ ਦੇਖ ਪਾਓਗੇ ਬਿਨਾਂ ਕਿਸੇ ਜਦੋਂ ਕੋਈ ਸ਼ੇਅਰ ਵੀ ਨਾ ਕਰੇ ਤਾਂ ਵੀ। ਰਾਈਟ, ਥੈਂਕ ਯੂ, ਗॉड ਬਲੈਸ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।